ਦੋਸਤੋ ਅਸੀਂ ਪਹੁੰਚੇ ਅੱਜ ਪਿੰਡ ਹੰਡਾਣਾ ਵਿਖੇ ਤੇ ਰਾਜਨੀਤੀ ਤੌਰ ਤੇ ਕੁਝ ਜਾਣਕਾਰੀ ਲੈਂਦੇ ਹਾਂ ਕਿ ਵਿਕਾਸ ਦੇ ਨਾਂ ਤੇ ਜੋ ਵੋਟਾਂ ਮੰਗਦੇ ਨੇ ਉਹ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਲੋਕਾਂ ਦੀ ਦਿਲਾਂ ਦੀ ਗੱਲ ਵੀ ਕਿਹਨੇ ਕਿੰਨਾ ਕੀ ਵਿਕਾਸ ਕੀਤਾ ਹੈ। ਅੱਜ ਪੁੱਛਦੇ ਹਾਂ ਰਿਸ਼ੀਪਾਲ ਜੀ ਨੂੰ। ਰਿਸ਼ੀਪਾਲ ਜੀ, ਤੁਸੀਂ ਰਾਜਨੀਤੀ ਤੌਰ ਤੇ ਲੰਮੇ ਸਮੇਂ ਤੋਂ ਜੁੜੇ ਹੋਏ, ਤੁਹਾਨੂੰ ਪਤਾ ਹੈ ਵੀ ਵਿਕਾਸ ਕਿਹਨੇ ਕੀਤਾ ਹੈ ਔਰ ਇਹਦੇ ਬਾਰੇ ਕੁਝ ਜਾਣਕਾਰੀ ਦਿਓ। देखो जी कुंवर साहब, पहला तो मैं धन्यवाद करदा थोड़े मालवा न्यूज़ चैनल का, ਜਿਹੜੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਰਾਏ ਲੈ ਰਹੇ ਨੇ ਤੇ ਜਾਣਕਾਰੀ ਲੈ ਰਹੇ ਨੇ ਕਿ ਕਿਹਨੇ ਵਿਕਾਸ ਕੀਤਾ ਤੇ ਕਿਹਨੇ ਨਹੀਂ ਕੀਤਾ। ਬਾਕੀ ਗੱਲ ਹੁਣ ਮੌਜੂਦਾ ਇਲੈਕਸ਼ਨ ਦੇ ਮਾਹੌਲ ਦੀ ਹੈ, ਜਿਵੇਂ ਕਿ ਇੱਥੇ 85 ਤੋਂ ਉਗਰਵਾਦ ਦਾ ਦੌਰ ਚੱਲਿਆ ਸੀ ਜਿਹੜਾ, ਉਸ ਤੋਂ ਬਾਅਦ 8-10 ਸਾਲ ਪੰਜਾਬ ਬਹੁਤ ਪਿੱਛੇ ਚਲਿਆ ਗਿਆ ਸੀ ਉਗਰਵਾਦ ਦੇ ਬਾਅਦ। ਉਸ ਤੋਂ ਬਾਅਦ ਜਦੋਂ 92 'ਚ ਸਰਕਾਰ ਬਣੀ ਸੀ ਉਦੋਂ ਮੈਡਮ ਭੱਠਲ ਇੱਥੋਂ ਮਿਨਿਸਟਰ ਬਣੇ ਸੀ, ਫੂਡ ਸਪਲਾਈ ਮਿਨਿਸਟਰ ਰਹੇ ਨੇ। ਉਸ ਤੋਂ ਬਾਅਦ ਫਿਰ ਇਹ CM ਦਾ ਵੀ ਮੌਕਾ ਮਿਲਿਆ ਇਹਨਾਂ ਨੂੰ। ਮੈਨੂੰ ਜਿੱਥੇ ਤੱਕ ਜਾਣਕਾਰੀ ਹੈ ਇੱਥੇ 97-96 ਦੇ ਵਿੱਚ ਜੋ ਵਿਕਾਸ ਇੱਥੇ ਹੋਇਆ ਹੈ ਉਸੇ ਵਿਕਾਸ ਤੇ ਅਜੇ ਤੱਕ ਟਾਂਕੀਆਂ ਹੀ ਲੱਗ ਰਹੀਆਂ ਨੇ। ਉਸ ਤੋਂ ਬਾਅਦ ਮੇਨ ਵਿਕਾਸ ਤਾਂ ਇੱਕ ਜਿਵੇਂ ਘੱਗਰ ਦਾ ਬੰਨਾ ਹੈਗਾ ਇੱਥੇ, ਬਾਕੀ ਇਹ ਪਾਤੜਾ ਖਨੌਰੀ ਤੋਂ ਪਿੱਛੇ ਲਾ ਲਓ, ਬਨੂੜ ਲਾ ਲਓ, ਕਿਤੇ ਵੀ ਬੰਨਾ ਨਹੀਂ ਲੱਗਿਆ। ਜੋ ਬੰਨਾ ਇਹ ਖਨੌਰੀ ਤੋਂ ਲੈ ਕੇ ਬੰਨ ਤੇ ਆਪਣੇ ਮਕੌੜ ਸਾਹਿਬ ਤੱਕ ਲੱਗਿਆ, ਅੱਗੇ ਪੈਂਡਿੰਗ ਪਿਆ ਕਿਉਂਕਿ ਲੋਕਾਂ ਨੇ ਕੋਈ ਐਕਵਾਇਰ ਜ਼ਮੀਨ ਦਾ ਰੇਟ ਉਹਨਾਂ ਦਾ ਘੱਟ ਵੱਧ ਹੋਣ ਕਰਕੇ ਉਹ ਕੋਰਟ ਕੱਟ 'ਚ ਚਲੇ ਗਏ ਸੀ। ਜਿਹੜਾ ਇਹ ਵਿਕਾਸ ਹੋਇਆ ਇਹ ਬੀਬੀ ਜੀਆਂ ਦੇ ਟਾਈਮ 'ਤੇ ਹੀ ਹੋਇਆ ਹੈ। ਇਸ ਤੋਂ ਬਾਅਦ ਜਿੰਨੇ ਵੀ ਘੱਗਰ ਦੇ ਪੁਲ ਬਣੇ ਨੇ, ਚਾਹੇ ਮਕੌੜ ਦਾ ਹੈ, ਚਾਹੇ ਅਣਦਾਣੇ ਦਾ ਹੈ, ਚਾਹੇ ਚਾਂਦੂ ਦਾ ਹੈਗਾ, ਇਹ ਸਾਰੇ ਬੀਬੀ ਜੀਆਂ ਦੇ ਟਾਈਮ 'ਤੇ ਹੋਏ ਨੇ। ਜਿਹੜੇ ਇੱਥੇ ਆਪਣੇ ਸਭ ਤੋਂ ਪਹਿਲਾਂ ਬੀਬੀ ਜੀਆਂ ਨੇ ਮੰਡਵੀ ਗ੍ਰਿਡ ਲਗਾਇਆ ਸੀ, ਫਿਰ ਬੰਗਾ ਲਗਾਇਆ, ਫਿਰ ਬਨਾਰਸੀ ਵੀ, ਚੋਟੀਆਂ ਵੀ, ਗ੍ਰਿਡ ਵੀ ਇੱਥੇ ਘੱਟੋ ਘੱਟ ਬੀਬੀ ਨੇ ਬਹੁਤ ਕੁਝ ਦਿੱਤਾ ਹੈ। ਸਾਰੀ ਸੜਕਾਂ ਦਾ ਵਿਕਾਸ ਵੀ ਜਿੰਨਾ ਇੱਥੇ ਬੀਬੀ ਜੀਆਂ ਦੀ ਦੇਣ। ਦੂਜੀ ਮੈਨੂੰ ਗੱਲ ਇਹ ਦੱਸੋ, ਜਿਵੇਂ ਮਤਲਬ ਸਿੱਖਿਆ ਪੱਖੋਂ ਮਤਲਬ ਆਪਣਾ ਹਲਕਾ ਜਿਹੜਾ ਲਹਿਰਾ ਬਹੁਤ ਪਛੜਿਆ ਹੋਇਆ ਹੈ, ਤੁਸੀਂ ਕਹਿੰਦੇ ਬੀਬੀ ਜੀ ਨੇ ਵਿਕਾਸ ਕੀਤਾ, ਇਹ ਜੇ ਕੋਈ ਯੂਨੀਵਰਸਿਟੀ ਜਾਂ ਕਾਲਜ ਤੁਹਾਡੇ ਏਰੀਆ 'ਚ ਕੋਈ ਹੈ? ਦੇਖੋ ਜੀ ਇੱਥੇ ਕਾਲਜਾਂ ਦੀ ਤਾਂ ਸਥਿਤੀ ਇਹ ਹੈ ਜੀ, ਇਹ 2002 ਤੋਂ ਪਿੱਛੇ ਦਾ ਕੋਈ ਹੈਗਾ ਹੀ ਨਹੀਂ ਸੀ। ਇਹ ਬੀਬੀ ਜੀ ਸਭ ਤੋਂ ਪਹਿਲਾਂ ਪੋਲੀਟੈਕਨਿਕ ਲਹਿਰਾ ਲੈ ਕੇ ਆਈ ਸੀ, ਉਸ ਦੇ ਨਾਲ ਹੀ ITI ਮੁਣਕ ਤੇ ITI ਬਨਾਰਸੀ। ਇਹ ਬੀਬੀ ਜੀਆਂ ਦੀ ਦੇਣ ਨੇ, ਜੋ ਕਿ ਬਾਅਦ 'ਚ ਸਰਕਾਰਾਂ ਨੇ ਬਜਟ ਦੀ ਪ੍ਰੋਬਲਮ ਹੋਣ ਕਰਕੇ ਜਾਂ ਕੋਈ ਹੋਰ ਮਜਬੂਰੀਆਂ ਹੋਣ ਕਰਕੇ ਇਹ ਪ੍ਰਾਈਵੇਟ ਦੇ ਦਿੱਤੀਆਂ ਨੇ। ਇਸ ਤੋਂ ਬਾਅਦ ਬੀਬੀ ਜੀਆਂ ਨੇ ਇੱਥੇ ਰੀਜਨਲ ਸੈਂਟਰ ਯੂਨੀਵਰਸਿਟੀ ਦਾ ਬਣਾਇਆ ਸੀ ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਕਾਲਜ ਹੈ ਮੁਣਕ ਸ਼ਿਫਟ ਕੀਤਾ ਗਿਆ। ਇਹ ਮੁਣਕ ਕਾਲਜ ਵੀ ਬੀਬੀ ਜੀਆਂ ਦੀ ਦੇਣ ਹੈ ਜੀ। ਇੱਥੇ ਬਾਕੀ ਇੱਥੇ 2 ਹਸਪੀਟਲ ਵੀ ਬੀਬੀ ਜੀਆਂ ਨੇ ਬਣਾਏ ਨੇ। ਲਹਿਰੇ ਵਾਲਾ ਵਿਸ਼ੇਸ਼ ਕਰ ਗੁਲਾਬ ਨਬੀ ਆਜ਼ਾਦ ਜੀ ਸੈਂਟਰ 'ਚ ਸਵਸਥ ਮੰਤਰੀ ਸੀ ਉਦੋਂ, ਉਹਨਾਂ ਨੇ ਬਣਾਇਆ, ਤੇ ਇੱਕ ਮੁਣਕ ਬਣਾਇਆ। ਇਹ ਖਨੌਰੀ ਦੀ ਕਮੀ ਰਹਿੰਦੀ ਹੈ ਹਸਪੀਟਲ ਦੀ। ਖਨੌਰੀ ਦਾ ਕੋਈ ਵਿਕਾਸ ਹਸਪੀਟਲ ਪੱਖੋਂ ਤੇ ਕਾਲਜ ਪੱਖੋਂ ਨਹੀਂ ਹੋਇਆ। ਇੱਕ ਮੈਨੂੰ ਹੋਰ ਜਾਣਕਾਰੀ ਦੇਵੇ, ਜਿਵੇਂ ਬੀਬੀ ਮਤਲਬ ਹਰ ਵਾਰੀ ਮਤਲਬ ਢੀਂਡਸਾ ਪਰਿਵਾਰ ਤੇ ਦੋਸ਼ ਲਾਉਂਦੀ ਹੈ ਕਿ ਮੈਂ ਰੁਜ਼ਗਾਰ ਵਾਸਤੇ ਤੇ ਰੇਲ ਕੋਚ ਫੈਕਟਰੀ ਲਿਆਉਣੀ ਸੀ, ਪਰ ਢੀਂਡਸਾ ਪਰਿਵਾਰ ਨੇ ਰੋਕੀ। ਕੀ ਉਹ ਗੱਲ ਵਾਕਿਆ ਸੱਚ ਹੈ? ਦੇਖੋ ਜੀ, ਇਹ ਢੀਂਡਸਾ ਪਰਿਵਾਰ ਨੇ ਰੋਕੀ ਜਾਂ ਨਹੀਂ ਰੋਕੀ, ਇਹ ਤਾਂ ਸਰਕਾਰਾਂ ਦੀ ਗੱਲਾਂ ਨੇ। ਲੇਕਿਨ ਬੀਬੀ ਜੀ ਤੇ ਵਿਜੇਂਦਰ ਸਿੰਗਲਾ ਜੀ ਇੱਥੋਂ ਲੋਕ ਸਭਾ ਮੈਂਬਰ ਸੀ, ਉਹਨਾਂ ਨੇ ਇੱਥੇ ਜਦੋਂ ਆਪਣੇ ਸੈਂਟਰ 'ਚ ਪੰਜਾਬ ਦੇ ਮੰਤਰੀ ਪਵਨ ਬੰਸਲ ਜੀ ਰੇਲ ਮੰਤਰੀ ਸੀ, ਉਹਨਾਂ ਕੋਲੇ ਮਹਿਕਮਾ ਸੀ, ਉਹਨਾਂ ਨੇ ਇੱਥੇ ਮੰਡਵੀ ਵਿਖੇ ਇਹ ਰੇਲ ਕੋਚ ਫੈਕਟਰੀ ਲਾਉਣੀ ਸੀ ਤੇ ਉਹ ਜ਼ਮੀਨ ਵੀ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਸੀ 170 ਕਿੱਲਿਆਂ ਦਾ। ਲੇਕਿਨ ਉਹ ਇਹਨਾਂ ਨੇ, ਪੰਜਾਬ ਸਰਕਾਰ ਸੀ ਉਦੋਂ ਮੌਜੂਦਾ ਬਾਦਲ ਸਾਹਿਬ ਦੀ, ਢੀਂਡਸਾ ਸਾਹਿਬ ਉਦੋਂ ਮੰਤਰੀ ਸੀ, ਇਹਨਾਂ ਨੇ NOC ਨਾ ਦੇਣ ਕਰਕੇ ਉਹ ਜਿਹੜਾ ਰੇਲ ਕੋਚ ਫੈਕਟਰੀ ਲੱਗਣੀ ਸੀ ਇੱਥੇ, ਉਹ ਸੋਨੀਪਤ ਹਰਿਆਣੇ 'ਚ ਚਲੀ ਗਈ ਹੈ। ਉਹ ਬਿਲਕੁਲ ਸੱਚ ਹੈ ਕਿ ਇੱਥੇ ਲੱਗਣੀ ਸੀ ਫੈਕਟਰੀ ਜੀ। ਜੇ ਇੱਥੇ ਰੇਲ ਕੋਚ ਫੈਕਟਰੀ ਲੱਗ ਜਾਂਦੀ ਏਰੀਆ ਨੂੰ ਮਤਲਬ ਕਿੰਨਾ ਕੁ ਰੁਜ਼ਗਾਰ ਮਿਲਦਾ ਜੀ? ਦੇਖੋ ਜੀ, ਇਹ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਜੀ ਰੇਲ ਕੋਚ ਫੈਕਟਰੀ ਦਾ। ਇੱਥੇ ਘੱਟੋ ਘੱਟ ਹਜ਼ਾਰਾਂ ਦੀ ਸੰਖਿਆ 'ਚ 5 ਲਾ ਲਓ, 10 ਲਾ ਲਓ, ਕਿਉਂਕਿ ਡੇਲੀ ਵੇਜਿਸ ਵਾਲੇ ਵੀ ਜਿਹੜੇ ਦਿਹਾੜੀ ਕਰਦੇ ਨੇ ਉਹਨਾਂ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ, ਤੇ ਪਰਮਾਨੈਂਟ ਵਰਕਰ ਵੀ ਹੁੰਦੇ ਨੇ, ਮੁਲਾਜ਼ਮ ਵੀ ਲੱਗਣੇ ਸੀ, ਉਹ ਜ਼ਿਆਦਾਤਰ ਏਰੀਏ ਤੋਂ ਹੀ ਲੱਗਦੇ ਨੇ। ਹੁਣ ਬੀਬੀ ਜੀ ਦਾ ਕੀ ਮਾਹੌਲ ਹੈ ਵੈਸੇ ਇਲੈਕਸ਼ਨ ਤੁਸੀਂ ਦੇਖਿਆ ਹੋਣਾ? ਬੀਬੀ ਜੀਆਂ ਦਾ ਮਾਹੌਲ ਵੈਸੇ ਤਾਂ ਬਹੁਤ ਵਧੀਆ ਹੈ ਜੀ। ਬੀਬੀ ਜੀ ਓਵਰਆਲ ਨੇ, ਲਹਿਰੇ ਤੋਂ ਲੈ ਕੇ ਇੱਥੇ ਤੱਕ 77 ਪਿੰਡ ਨੇ, ਸਾਰੇ ਪਿੰਡਾਂ ਦੇ ਵਿੱਚ ਕਿਤੇ ਕੋਈ ਘੱਟ ਨੇ ਕਿਤੇ ਵੱਧ ਨੇ, ਲੇਕਿਨ ਹਰੇਕ ਪਿੰਡਾਂ ਦੇ ਵਿੱਚ ਨੇ। ਜਿਹੜੇ ਇੱਥੇ ਦੂਜੇ ਕੈਂਡੀਡੇਟ ਨੇ, ਚਾਹੇ ਆਮ ਆਦਮੀ ਦਾ ਲਾ ਲਓ, ਚਾਹੇ ਇਹਨੂੰ ਢੀਂਡਸਾ ਸਾਹਿਬ ਲਾ ਲਓ, ਇਹ ਕਿਤੇ ਘੱਟ ਨੇ, ਕਿਤੇ ਬਿਲਕੁਲ ਹੀ ਨਹੀਂ ਹੈਗੇ ਇਹਨਾਂ ਦਾ। ਇੱਕ ਜਿਹੜਾ ਆਪਣੇ ਡੇਰਾ ਸਰਸਾ ਰਾਮ ਰਹੀਮ ਵਾਲੇ ਨੂੰ ਫਰਲੋ ਮਿਲੀ ਹੈ, ਮਤਲਬ ਉਹਦਾ ਕੋਈ ਮਤਲਬ ਵੋਟਾਂ 'ਤੇ ਅਸਰ ਪਊਗਾ? ਮਤਲਬ
ਦੇਖੋ ਜੀ ਇਹਦਾ ਤਾਂ ਕੀ ਪਤਾ ਲੱਗਦਾ ਜੀ, ਅਜੇ ਤੱਕ ਤਾਂ ਜਦੋਂ ਕੋਈ ਅਨਾਉਂਸਮੈਂਟ ਹੋਊਗੀ ਉਸ ਤੋਂ ਬਾਅਦ ਕੀ ਕਿੱਧਰ ਕਰਦੇ ਨੇ ਜਾਂ ਨਹੀਂ ਕਰਦੇ ਨੇ ਉਹਦਾ ਇਹਨਾਂ ਦਾ ਡੇਰਾ ਪ੍ਰੇਮੀ ਹੀ ਦੱਸ ਸਕਦੇ ਨੇ। ਇਹਦੇ ਬਾਰੇ ਤਾਂ ਜੀ ਸਾਨੂੰ ਤਾਂ ਆਮ ਲੋਕਾਂ ਨੂੰ ਤਾਂ ਇਸ ਬਾਰੇ ਪਤਾ ਵੀ ਨਹੀਂ ਹੈਗਾ ਜੀ, ਕੀ ਮਤਲਬ ਹੋਊਗਾ ਕਿ ਨਹੀਂ ਹੋਊਗਾ ਜੀ ਕੋਈ ਸਮਰਥਨ ਇਹਨਾਂ ਦਾ। ਉਹ ਤਾਂ ਡੇਰਾ ਵੱਲੋਂ ਹੀ ਕੋਈ ਆਦੇਸ਼ ਆਊਗਾ ਤਾਂ ਉਸ ਤੋਂ ਬਾਅਦ ਹੀ ਪਤਾ ਚੱਲੂਗਾ ਜੀ ਕੀ ਹੋਊਗਾ। ਲਓ ਵੀ ਦੋਸਤੋ, ਅੱਜ ਅਸੀਂ ਇੱਕ ਇਹੋ ਜਿਹੇ ਸ਼ਖਸ ਨਾਲ ਤੁਹਾਡੀ ਜਾਣਕਾਰੀ ਕਰਾਉਣਾ ਚਾਹੁੰਦੇ ਹਾਂ ਜੋ ਕਿ ਰਾਜਨੀਤੀ ਤੌਰ 'ਤੇ ਆਪਣੇ ਆਪ ਨੂੰ ਧਨੰਤਰ ਮੰਨੇ ਜਾਂਦੇ ਨੇ। ਉਹਨਾਂ ਨਾਲ ਕੁਝ ਜਾਣਕਾਰੀ ਲੈਂਦੇ ਹਾਂ ਕਿ ਕਿੰਨੇ ਕੀ ਵੋਟ ਕਿਸ ਪਾਰਟੀ ਨੂੰ ਪੈਂਦੇ ਨੇ ਔਰ ਕਿੰਨੇ ਕੀ ਵਿਕਾਸ ਕੀਤਾ ਹੈ। ਜਾਣਨਾ ਚਾਹੁੰਦੇ ਹਾਂ ਜਗਰੂਪ ਸਿੰਘ ਅੰਦਾਣਾ ਤੋਂ, ਸਾਬਕਾ ਚੇਅਰਮੈਨ। ਜਗਰੂਪ ਜੀ, ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਾਲਵਾ ਪੰਜਾਬ 'ਚ ਤੁਸੀਂ ਅੱਜ ਸਾਡੇ ਨਾਲ रूबरू होए हो। धन्यवाद जी आपका चैनल का और आप जी का। मैं जगरूप सिंह अंदाना। विकास की गल करिए पहला कि पार्टी की गल करिए किसी की गल करिए? ਪਹਿਲਾਂ ਆਪਾਂ ਵਿਕਾਸ ਦੀ ਗੱਲ ਕਰਦੇ, ਪਾਰਟੀ ਦਾ ਆਪਾਂ ਫਿਰ ਦੇਖਾਂਗੇ ਵਿਕਾਸ ਕਿਹਨੇ ਕਿੰਨਾ ਕੁ ਕੀਤਾ ਹੈ। विकास तो इस तरह है जी, ਅਸੀਂ ਤਕਰੀਬਨ 1952 ਤੋਂ ਲੈ ਕੇ ਅੱਜ ਤੱਕ ਕਾਂਗਰਸੀ ਹਾਂ। ਠੀਕ ਹੈ ਜੀ। ਅੱਜ ਦੀ ਵੀ ਕਾਂਗਰਸੀ ਹਾਂ। ਸਾਨੂੰ ਬਿਰਸਬਾਨ ਦਾ ਦੌਰ ਵੀ ਦੇਖਿਆ ਸਾਡੇ ਬੁੱਢਿਆਂ ਨੂੰ, ਤੇ ਮੈਨੇ ਵੀ ਖੁਦ ਬਿਰਸਬਾਨ ਨੂੰ ਵੋਟ ਪਾਇਆ ਹੀ ਕਾਦੀ ਹੋਰ। ਲੰਗੋਵਾਲ ਵੀ ਦੇਖੇ ਨੇ ਇੱਥੋਂ, ਅਮਰ ਸਿੰਘ ਮੱਲੀ ਵੀ ਦੇਖਿਆ ਇੱਥੋਂ, ਬਾਕੀ ਟੋੜਾ MP ਵੀ ਦੇਖਿਆ ਇੱਥੋਂ। ਬਹੁਤ ਲੀਡਰ ਸਾਨੂੰ ਦੇਖੇ ਨੇ। ਫਿਰ ਇੱਥੇ ਇਸ ਹਲਕੇ ਦਾ ਵਿਕਾਸ ਬਾਬੂ ਬਿਰਸਬਾਨ ਦਾ ਟਾਈਮ 'ਚ ਹੋਇਆ। ਥੋੜਾ ਨਹਿਰੀ ਪਾਣੀ ਵਗੈਰਾ ਜਿਹੜਾ ਲੋਕਾਂ ਦੇ ਉਸ ਟਾਈਮ ਕੰਮ ਹੋਏ ਕਰਦੇ ਸੀ, ਅੱਜ ਵਾਲੇ ਕੰਮ ਨਹੀਂ ਸੀ। ਜਿਹੜਾ ਵੀ ਇਹ ਮੇਰਾ ਮੁੰਡਾ ਲਾ ਦਿਓ, ਮੇਰਾ ਇਹ ਕਰ ਦਿਓ, ਉਸ ਟਾਈਮ ਲੋਕਾਂ ਨੂੰ ਪਾਣੀ ਜਾਂ ਕੁਛ ਲੋਕਾਂ ਨੂੰ ਪਤਾ ਵੀ ਹੁੰਦਾ ਵਿਕਾਸ ਹੁੰਦਾ ਕੀ ਚੀਜ਼ ਹੈ। ਜਾਂ ਤਾਂ ਬਾਬੂ ਬਿਰਸਬਾਨ ਜੀ ਨੇ ਥੋੜਾ ਬਹੁਤਾ ਉਸ ਟਾਈਮ ਇਸ ਹਲਕੇ ਦਾ ਵਿਕਾਸ ਕੀਤਾ। उसके बाद 1985 से बीबी आई है। उस तो पहला अकाली दल के धुंधार लंगोवाल भी इतने MLA रहे ने लहरे हल्के तो, टोड़ा साहब इतने MP रहे ने इस हल्के तो। बाकी और भी बहुत अकाली दल के इतने जाते रहे, BJP का इतने नाम निशान पहला भी से हुण भी है। 85 में इतने बीबी जी ने आके हल्का ज्वाइन किया, पर इतने 911 वोटा वाली बीबी जी आ रही सी, जेजी जीत गई सी पहली बार 1985। वो भी साढ़े पिंड का मुंडा कंदाना इंदर सिंह दलेर खड़ गया, 2000 वोट ले गया, इसलिए बीबी जी इतों 911 वोटा नाल हार गई। सरकार शायद उस टाइम में कालियां की बनी सी, जेजी MLA बने से इतों। कोई विकास नाम का कोई कर नहीं लगा। उग्रवाद का दौर सी, 92 का इलैक्शन आया, उससे बीबी बैठे इतने आए ने, कांग्रेस की तरफों इलैक्शन लड़िया। अच्छा जी, असे बरिंदर गोल इतने 92 से BJP के कैंਡੀਡੇਟ ਸੀ, ਜਿਹੜੇ ਹੁਣ ਮੌਜੂਦਾ ਆਪ ਦੇ ਕੈਂਡੀਡੇਟ ਨੇ। ਬਹੁਤ ਬੁਰੀ ਨਾਲ ਹਾਰ ਕੇ ਗਏ ਸੀ। ਬੀਬੀ ਜੀ ਬਣ ਗਈ, ਬੇਨ ਸਿੰਘ ਦੀ ਪੰਜਾਬ ਦੀ ਸਰਕਾਰ ਬਣੀ ਹੈ, ਕਾਂਗਰਸ ਸਰਕਾਰ। ਬੇਨ ਸਿੰਘ ਮੁੱਖ ਮੰਤਰੀ ਬਣੇ ਨੇ, ਬੀਬੀ ਜੀ ਫੂਡ ਸਪਲਾਈ ਮੰਤਰੀ ਬਣੇ ਨੇ। ਉਸਕੇ ਬਾਅਦ ਇਸ ਹਲਕੇ ਦੀ ਥੋੜੀ चलती रही है। गुरुवार का टाइम ਸੀ। ਤੁਸੀਂ ਪਿੰਡ ਦੇ ਸਰਪੰਚ ਵੀ ਰਹਿ ਲਿਓ, ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਰਹਿ ਲਏ। ਮੈਨੂੰ ਇਹ ਦੱਸੋ, 25 ਸਾਲ ਬੀਬੀ ਜੀ ਨੇ ਇੱਥੇ ਇਸ ਹਲਕੇ 'ਚ ਆਪਣਾ ਰਾਜਨੀਤੀ ਤੌਰ 'ਤੇ ਆਪਣਾ ਸਮਾਂ ਗੁਜ਼ਾਰਿਆ ਹੈ। ਬੀਬੀ ਜੀ ਨੇ ਕਿਹੜੇ ਵਿਕਾਸ ਦੇ ਕੰਮ ਕੀਤੇ, ਕੋਈ ਜਾਣਕਾਰੀ? 1992 'ਚ ਬੀਬੀ ਜੀ MLA ਬਣੇ ਨੇ। 93 ਸੇ ਫੂਡ ਸਪਲਾਈ ਮੰਤਰੀ ਬਣੇ ਨੇ। ਇਹਨਾਂ ਨੇ ਵਿਕਾਸ ਦਾ ਕੰਮ ਸ਼ੁਰੂ ਕੀਤਾ ਇੱਥੋਂ। ਜੇ ਮੈਂ ਆਪ ਨੂੰ ਖਨੌਰੀ ਤੋਂ ਲੈ ਕੇ ਲਹਿਰੇ ਦੇ ਕਲਾ ਪਿੰਡ ਦੇ ਕੰਮ ਵੀ ਗਿਣਿਆ ਵਾ ਤਾਂ ਸ਼ਾਇਦ ਘੰਟਾ 2 ਘੰਟੇ 'ਚ ਸਾਰੇ ਕੰਮ ਪੂਰੇ ਹੋਣਗੇ। ਮੈਂ ਕਲਾ ਪਿੰਡ ਦਾ ਬੀਜਾ ਗਿਣਾ ਸਕਦਾ। ਜਿਹੜੇ ਮੇਨ ਕੰਮ ਨੇ, ਸਾਡਾ ਅੰਦਾਣਾ ਬਿਲਕੁਲ ਬਾਰਡਰ 'ਤੇ ਬੈਠਿਆ ਰਹਿਣਾ ਤੋਂ। ਸਾਡਾ SDM ਬੈਠਿਆ ਕਰਦਾ ਸੀ ਸੁਨਾਮ। ਬੀਬੀ ਜੀ ਨੇ ਉੱਥੋਂ SDM ਚੱਕ ਕੇ ਮੁੜ ਕੇ ਲਿਆ ਕੇ ਬਿਠਾਇਆ ਤਾ। सबसे बीबी जी की देन बड़ी तो देन है शुरू की, क्योंकि जिस तरह से असी खनौरी तो महिला चौंका तो फिर सनाम श्याम तक भी साढ़े बंदे घर नहीं पहुँचते सी। हुण साइकिल मोटरसाइकिल असी मुड़क जाते हैं। सब से बड़ी तो शुरू में बीबी जी ने बनते सार ये करा। उसके नाल ही सब तहसील साड़ी मुड़क होंदी सी, बड़ी तहसील मुड़क होंदी सी। सानू मुड़क जाना भी साड़ी खनौरी मंडी से सब तहसील बनाती। तीजी बात काम है, साडा ब्लाक इत्थों लहरा हुंदा सी बिल्कुल आखिर से। लहरा दा अगले पासे पिंड चिंगियाड़ी वाला है, वो सुनाम से हुंदा सी। इधर लदाल है, गागा है, वो सुनाम से हुंदे सी। साडा ब्लाक लहरा
ਬਿਲਕੁਲ ਸੁਨਾਮ ਦੀ ਚਰਚੇ 37 ਪਿੰਡ ਤੋਂ 40 ਕਿਲੋਮੀਟਰ ਸਾਡਾ ਏਰੀਆ ਸੀ। ਉਸ ਅੱਗੇ ਬੀਬੀ ਨੇ ਜੀ ਇਹਨਾਂ ਨੇ ਦਾਣਾ ਬੁਲਾਇਆ। ਮੈਂ ਇੱਕ ਗੱਲ ਇਹ ਤੁਹਾਡੇ ਕੋਲ ਸਪਸ਼ਟ ਕਰਨਾ ਚਾਹੁੰਦਾ ਵੀ ਬਲਾਕ ਦਾ ਨਾਮ ਤਾਂ ਅੰਦਾਣਾ ਦੇਤਾ, ਪਰ ਇਹ ਨਾ ਤਾਂ ਮੂਨਕ ਬਣਿਆ ਹੈ ਨਾ ਅੰਦਾਣਾ ਬਣਿਆ, ਇਹ ਵਿੱਚ ਵਿਚਾਲੇ ਇਹਦਾ ਦੇਖੀ ਕੁਝ ਲੋਕਾਂ ਨੂੰ ਦੱਸੋ ਕੀ ਕਾਰਨ ਹੈ। इसका कारण ये है जी, मैं इसका मेन गवाह है। जिस टाइम ये ब्लॉक बनाया है, मैं खुद मौके का सरपंच था उस टाइम, जिस टाइम अंदाना ब्लॉक की लॉन्च हुई है। बीबी उसके बाद जी लॉन्च तो होगी, बीबी जी की बेंसियां की कुछ थोड़ी बहुत अंदरूनी कड़े ले ले कागजात हो गए, वो ये मंत्री पद तो हटा दी। हटाने के बाद बीबी जी ने कोई पॉलिटेक्निक कॉलेज वो बनाई है। पॉलिटेक्निक कॉलेज में इसने जी शुरू में लहरा, मुनक ITI ते बनारसी, उसके बाद उस तो मिटा दी। हटाने के बाद जी तुमसे बापू तो है जी। उसके बाद जी बीबी जी कुदरती बेंस सिंह की मौत होगी। बराड़ हरचंद सिंह बराड़ मुख्यमंत्री है कि उस हरचंद बराड़ नाल भी बीबी जी नहीं बनी। ਜਿਹੜੀ ਅੰਦਾਣੇ ਬਲਾਕ ਦੀ ਤੁਸੀਂ ਗੱਲ ਕਰਦੇ ਵੀ ਤਾਂ ਕਿਉਂ ਅੰਦਾਣੇ ਬਲਾਕ ਨਾ ਬਣਿਆ। ਅੱਜ ਵੀ ਪੰਚਾਇਤ ਘਰ ਦੇ ਗੇਟ ਦੇ ਅੱਗੇ ਬੀਬੀ ਜੀਆਂ ਦਾ ਨਾਮ ਦਾ ਬਲਾਕ ਦਾ ਦਫ਼ਤਰ ਦਾ ਪੱਥਰ ਲੱਗਿਆ ਹੋਇਆ ਹੈ, ਜਿਸ ਭਾਈ ਨੂੰ ਦੇਖਣਾ ਮੌਕੇ 'ਤੇ ਦੇਖ ਸਕਦੇ ਹੋ। ਉਸਕੇ ਬਾਅਦ ਜੀ ਹੁੰਦਾ ਰਿਹਾ ਕੋਈ, ਮੈਂ ਖੁਦ ਸਰਪੰਚ ਜੀ, ਮੈਨੂੰ ਜ਼ਮੀਨ ਵੀ ਦਿੱਤੀ ਸੀ ਇੱਥੋਂ ਬਿਲਕੁਲ ਸ਼ਮਸ਼ਾਨ ਘਾਟ ਦੇ ਨਾਲ, ਛੱਪੜ ਦੇ ਨਾਲ ਪੌਣਾ ਕਿੱਲਾ ਜ਼ਮੀਨ ਦੇ ਮੈਂ ਨੰਬਰ ਵੀ ਨਕਸ਼ਾ ਵੀ ਸਭ ਕੁਝ ਭੇਜਤਾ ਜੀ। ਉਹ ਪ੍ਰਕਿਰਿਆ ਚਲਦੀ ਰਹੀ, ਕੰਮ ਨਹੀਂ ਬਣਿਆ। ਅਕਾਲੀਆਂ ਦੀ ਸਰਕਾਰ ਆਏਗੀ, ਸੰਧੂ ਮਾਜਰਾ ਇੱਥੋਂ MLA ਹਾਰ ਗਏ। ਸੰਧੂ ਮਾਜਰੇ ਨੇ ਚੱਕੇ ਜਿਹੜਾ ਅੰਦਾਣਾ ਬਲਾਕ ਦੀ ਬਿਲਡਿੰਗ ਬਣਾਉਣੀ ਸੀ, ਉਹ ਤਕਨੀਕ ਤੌਰ ਤੇ ਅੰਦਾਣਾ ਬਲਾਕ ਦੇ ਨਾਮ ਬਿਲਡਿੰਗ ਤਾਂ ਨਹੀਂ ਕਰ ਸਕਿਆ। ਫਿਰ ਅੰਦਾਣਾ ਬਲਾਕ ਦੇ ਨਾਮ ਤੇ ਮਿਲਗੜ ਦੇ ਨਾਲ ਪਿੰਡ ਹੈ ਇੱਕ, ਉੱਥੇ ਪੰਚਾਇਤੀ ਰੈਸਟ ਹਾਊਸ 18 ਲੱਖ ਰੁਪਈਆ ਲਾ ਕੇ ਜਿਹੜਾ ਬਿਲਡਿੰਗ ਦਾ ਇੱਥੇ ਪੈਸਾ ਅੰਦਾਣੇ ਆਉਣਾ ਸੀ, ਉਹ ਰੈਸਟ ਹਾਊਸ ਦੇ ਨਾਮ ਤੇ ਉੱਥੇ ਰੈਸਟ ਹਾਊਸ ਦੇ ਨਾਮ ਤੇ ਬਿਲਡਿੰਗ ਬਣਾ ਕੇ ਬਲਾਕ ਉੱਥੇ ਸ਼ਿਫਟ ਕਰਤਾ। ਕਿਤੇ ਸੁਣਦੇ ਭੁੰਦੜ ਪੈਣੀ ਬਿਲਕੁਲ ਮਿਰਗੜ ਮੋਣਕ ਜਾਖਲ ਰੋਡ ਤੇ ਭੁੰਦੜ ਪੈਣੀ ਪਿੰਡ ਪੈਂਦਾ ਹੈ, ਬਿਲकुल रोड से। संधू माजरे ने इसका रिकॉर्ड हुआ है, मैं भी हुआ हूँ। ब्लॉक का नाम था बिल्डिंग नहीं बना सकिया, वो रेस्ट हाउस के नाम था पैसा बिल्डिंग का मुण वो नड़वैनी करा के ब्लॉक होते शिफ्ट कराता जाके ना के अनदाने। ये काम सारा अकाली दल का काम है। बीबी जी में आज भी दावा करता है, किसी भी बंदे ने शक है भी अनदाना ब्लॉक का बिल्डिंग नहीं बन सकती। यदि बीबी जी ऐतकी मंत्री बन जाने या MLA बन जाना, मैं दावे नाल करता भी बिल्डिंग वर्करां नूं लाना चाहिदा सी। सियारे के वर्कर अपने अपने खुआंदे ने, बीबी ने पाले ने, उत्थे टुलना बैठा, मैनूं पता नहीं कौन है वो। ये वर्किंग सारी करदा है टुलना। ये पिछे टुलना दी बीबी टुलना नूं कहंदी है, टुलना दे इन्हां नूं सिखांदे, टुलना ले फिरी जांदा, बाकी इत्थे कोई वर्कर नहीं चलदी। उन्हें वर्कर की करूगा? किसी आदमी वर्कर नूं, किसी वोटर नूं हौसला मिलेगा जो अगर